ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਭਾਈ ਅੱਜ ਆਪਾਂ ਪੋਹ ਮਹੀਨੇ ਦੀ ਵਿਚਾਰਨਾ ਜੋੜਨਾ ਕਰਕੇ ਜੀ ਆਪਾਂ ਨੂੰ ਗੁਰੂ ਅਰਜਨ ਦੇਵ ਕੀ ਸਮਝਾਉਣਾ ਕਰਦੇ ਹਨ ਜੀ। ਪੋਹ ਦੇ ਮਹੀਨੇ ਵਿੱਚ ਗੁਰੂ ਜੀ ਕਥਨ ਕਰਦੇ ਹਨ, ਭਾਈ ਜਿਨ੍ਹਾਂ ਮਨੁੱਖਾਂ ਨੇ ਨਾਮ ਸਿਮਰਨ ਦਾ ਰਸ ਚੱਕਿਆ ਹੈ ਉਹਨਾਂ ਨੂੰ ਠੰਡ ਪੋ ਨਹੀਂ ਸਕਦੀਗੀ। ਇਸ ਤਰ੍ਹਾਂ ਕਰਕੇ ਆਪਾਂ ਨੂੰ ਭਾਈ ਤਨ ਮਨ ਕਰਕੇ ਵਾਹਿਗੁਰੂ ਨਾਲ ਜੁੜਨਾ ਜ਼ਰੂਰੀ ਹੈ ਜੀ। ਓ ਖੋ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਹੋ। ਹੇ ਭਾਈ ਪੋਹ ਦੇ ਮਹੀਨੇ ਦੁਆਰਾ ਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ ਹੈ ਉਹਨਾਂ ਨੂੰ ਠੰਡਾ ਤਾਂ ਕੀ ਲੱਗਣੀਆਂ, ਉਹਨਾਂ ਨੂੰ ਤਾਂ ਬਰਫ਼ ਵੀ ਸੇਕ ਦਿੰਦੀ ਹੈ। ਜਿਨ੍ਹਾਂ ਨੇ ਹਰੀ ਪਰਮਾਤਮਾ ਪਤੀ ਨੂੰ ਜਿਨ੍ਹਾਂ ਨੂੰ ਹਰੀ ਪਰਮਾਤਮਾ ਪਤੀ ਮਿਲਿਆ ਹੈ। ਕਿਉਂਕਿ ਆਪਾਂ ਨੂੰ ਆਪ ਨੂੰ ਪਤਾ ਹੀ ਹੈ ਪੋਹ ਦੇ ਮਹੀਨੇ ਆ ਰਹੇ, ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ, ਕਿੰਨੀ ਕਹਿਰ ਦੀ ਠੰਡ ਸੀਗੀ। ਉਹਨਾਂ ਨੂੰ ਵੀ ਫਿਰ ਨਾਮ ਨਾਲ ਜੁੜੇ ਕਰਕੇ ਉਹਨਾਂ ਨੂੰ ਠੰਡ ਲੱਗ ਗਈ। ਕਿੰਨੇ ਦਿਨ ਠੰਡੇ ਬੁਰਜ 'ਚ ਬਿਨਾਂ ਕੱਪੜਿਆਂ ਤੋਂ ਬਜ਼ੁਰਗ ਮਾਤਾ ਤੇ ਬੱਚੇ ਰਹੇ ਆ। ਜਿਵੇਂ ਹੁਣ ਅੱਜ ਦੇ ਹਾਲਾਤਾਂ ਮੁਤਾਬਕ ਆਪਣੇ ਸਿੰਘ ਬਾਰਡਰਾਂ 'ਤੇ ਵੀ ਖੁੱਲ੍ਹੇ ਮੈਦਾਨ ਵਿੱਚ ਬੈਠੇ ਆ। ਇਸ ਤਰ੍ਹਾਂ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਜ਼ਰੂਰੀ ਆ। ਇਹ ਵੀ ਕੋਈ ਭਾਈ ਪਰਮਾਤਮਾ ਦੇ ਕੌਤਕ ਹੀ ਹੈ ਜਿਹੜੇ ਆਪਾਂ ਭੁੱਲੇ ਆ। ਆਪਾਂ ਨੂੰ ਆਪ ਦੇ ਨਾਲ ਜੋੜਨ ਦਾ ਮਾਰਾ ਹੀ ਕੋਈ ਕੌਤਕ ਵਰਤਾ ਰਿਹਾ, ਆਪਾਂ ਸਮਝ ਨਹੀਂ ਰਹਿ ਗਏ। ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਜੀ। ਮਨ ਵੇਦਿਆ ਚਰਨ ਅਰਵਿੰਦ ਦਰਸ਼ਨ ਲੱਗੜਾ ਮਾਹੋ। ਹੇ ਭਾਈ ਜਿਨ੍ਹਾਂ ਦਾ ਮਨ ਗੁਰਾਂ ਦੇ ਚਰਨ ਕਮਲਾਂ ਨਾਲ ਵਿੰਨਿਆ ਗਿਆ ਹੈ ਉਹਨਾਂ ਨੂੰ ਪਰਮਾਤਮਾ ਦਾ ਦਰਸ਼ਨ ਪ੍ਰਾਪਤ ਹੋਇਆ। ਉਹ ਪੂਰੇ ਭਾਗਾਂ ਵਾਲੇ ਹਨ। ਪਰਮਾਤਮਾ ਦਾ ਦਰਸ਼ਨ ਪ੍ਰਾਪਤ, ਜਿਵੇਂ ਆਪਾਂ ਬਹਿੰਦੇ ਉੱਠ ਜਾਂ ਸੁਪਨੇ ਵਿੱਚ ਵੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਰੂਪ ਦੇ ਦਰਸ਼ਨ ਹੋ ਗਏ, ਜਾਂ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਜਾਂਦਿਆਂ ਦੇ ਦਰਸ਼ਨ ਹੋ ਗਏ। ਇਹ ਵੀ ਆਪਣੇ ਪੂਰੇ ਭਾਗ ਹਨ। ਇਹ ਭਾਗਾਂ ਵਾਲਿਆਂ ਨੂੰ ਦਰਸ਼ਨ ਹੁੰਦੇ ਹਨ ਜੀ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਹੇ ਭਾਈ ਜਿਨ੍ਹਾਂ ਗੋਬਿੰਦ ਗੋਪਾਲ ਰਾਜੇ ਦੀ ਹੋਟ ਲੈ ਕੇ ਸੁਆਮੀ ਦੀ ਸੇਵਾ ਕੀਤੀ ਹੈ, ਉਹਨਾਂ ਦਾ ਜਨਮ ਦਾ ਲਾਹਾ ਖੱਟ ਲਿਆ ਹੈ। ਕਿਉਂਕਿ ਉਹਨਾਂ ਨੇ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਆ, ਗੁਰੂ ਘਰ ਦੀ ਗੱਲ ਸਮਝੀ ਆ, ਗੁਰੂ ਦਾ ਪਿਆਰ ਸਤਿਕਾਰ ਸਮਝ ਕੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਇਆ, ਗੁਰੂ ਘਰ ਦੀ ਸੇਵਾ ਕੀਤੀ ਆ। ਇਸ ਤਰ੍ਹਾਂ ਕਰਕੇ ਆਪਾਂ ਨੂੰ ਭਾਈ ਸੇਵਾ ਤਨ ਤੇ ਮਨ ਨਾਲ ਕਰਨੀ ਚਾਹੀਦੀ ਹੈ ਜੀ। ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹੋ। ਹੇ ਭਾਈ ਜਿਹੜੇ ਪੁਰਸ਼ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ, ਉਸ ਦੀ ਵਿਚਾਰ ਉਸ ਨੂੰ ਵਿਕਾਰਾਂ ਦੀ ਅੱਗ ਪੋ ਨਹੀਂ ਸਕਦੀਗੀ। ਕਿਉਂਕਿ ਜਦੋਂ ਗੱਲ ਕਰਨੀ ਉਹਨੇ ਕਰਨੀ ਪਰਮਾਤਮਾ ਦੀ ਗੱਲ, ਸਤਸੰਗ ਦੀ, ਚੰਗੇ ਭਲੇ ਪੁਰਸ਼ਾਂ ਦੀ ਗੱਲ ਕਰਨੀ ਆ। ਅਤੇ ਵਿਕਾਰਾਂ ਦੀ ਗੱਲ ਦਾ ਕਿੱਥੋਂ ਨੇੜੇ ਆਊਗੀ ਜਦੋਂ ਉਹਨਾਂ ਨੇ ਟਾਈਮ ਹੀ ਨਾ ਵਿਕਾਰਾਂ ਵਾਸਤੇ ਦਿੱਤਾ। ਤਾਂ ਇਸੇ ਕਰਕੇ ਆਪਾਂ ਜਦੋਂ ਵੀ ਬੈਠੀਏ ਜੁੜੀਏ ਆਪਾਂ ਪਰਮਾਤਮਾ ਦੀ ਗੱਲ ਕਰੀਏ, ਫਿਰ ਆਪਾਂ ਵਿਕਾਰਾਂ ਤੋਂ ਬਚ ਸਕਦੇ ਹਾਂ ਜੀ। ਅਤੇ ਵਿਕਾਰਾਂ ਨੇ ਆਪਣੇ ਘਰ ਬਰਬਾਦ ਕੀਤੇ। ਵਿਕਾਰਾਂ ਨੂੰ ਆਪਾਂ ਗੁਰ ਸ਼ਬਦ ਨਾਲ ਹੀ ਮੂੰਹ ਤੋੜਮਾ ਜਵਾਬ ਦੇਣਾ ਹੈ ਜੀ। ਜਾ ਤੇ ਉਪਜੀ ਤਹਾ ਮਿਲੀ ਸੱਚੀ ਪ੍ਰੀਤ ਸਮਾਹੋ। ਹੇ ਭਾਈ ਜਿਨ੍ਹਾਂ ਨੂੰ ਸੱਚੀ ਪ੍ਰੀਤ ਆਨੰਦ ਪ੍ਰਾਪਤ ਹੋਇਆ ਹੈ, ਉਹ ਜੀਵ ਇਸਤਰੀ ਬ੍ਰਹਮ ਤੋਂ ਪੈਦਾ ਹੋਈ ਸੀ ਤੇ ਮੁੜ ਉਸੇ ਬ੍ਰਹਮ ਵਿੱਚ ਭੇਦ ਹੋ ਗਈ। ਭਾਵ ਕਿ ਉਹ ਪਿਛਲੇ ਜਨਮ ਵੀ ਉਹਦੇ ਚੰਗੇ ਕਰਮ ਕੀਤੇ ਸੀ, ਪਰਮਾਤਮਾ ਨਾਲ ਜੁੜੀ ਹੋਈ ਸੀ। ਇਸ ਕਰਕੇ ਵੀ ਗਾਂ ਵੀ ਉਹਨੂੰ ਚੰਗੇ ਵਿਚਾਰਾਂ ਵਾਲੀ ਸੰਗਤ ਵਿੱਚ ਜੁੜ ਗਈ। ਉਹਦੇ ਪਿਛਲੇ ਪੁੰਨ ਕੀਤੇ ਹਨ, ਪਿਛਲੇ ਪੁੰਨਾਂ ਦਾ ਫਲ ਹੀ ਉਸ ਨੂੰ ਮਿਲਿਆ ਹੈ ਜੀ। ਕਰ ਗਏ ਲੀਨੀ ਪਾਰ ਬ੍ਰਹਮ ਭੌੜ ਨਾ ਵਿਛੜਿਓ। ਹੇ ਭਾਈ ਜਿਸ ਮਨ ਰੂਪ ਹੱਥ ਨੂੰ ਪਰਮਾਤਮਾ ਨੇ ਫੜ ਲਿਆ ਹੈ ਉਹ ਕਦੇ ਵੀ ਪਰਮਾਤਮਾ ਨਾਲੋਂ ਵਿਛੜਿਆ ਨਹੀਂ। ਕਿਉਂਕਿ ਉਸਨੇ ਵਾਹਿਗੁਰੂ ਨਾਲ ਪ੍ਰੀਤ ਪਾਈ ਹੈ। ਵਾਹਿਗੁਰੂ ਪਰਮਾਤਮਾ ਦੇ ਆਪਾਂ ਜੋ ਦਰ 'ਤੇ ਜਾਂਦੇ ਹਾਂ, ਢਹਿ ਪੈਂਦੇ ਹਾਂ, ਪਰਮਾਤਮਾ ਬੜੀ ਛੇਤੀ ਆਪਾਂ ਨੂੰ ਗੋਡੇ ਨਾਲ ਲਾਉਂਦਾ ਹੈ ਅਤੇ ਆਪਣੀ ਉਹ ਬਾਂਹ ਫੜਦਾ, ਆਪਾਂ ਛਡਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਪਾਂ ਧੰਦੇ ਦੇ ਵਿਕਾਰਾਂ ਵਿੱਚ ਛਡਾਉਂਦੇ ਹਾਂ। ਆਪਾਂ ਨੂੰ ਜ਼ਰੂਰ ਸਮਾਂ ਕੱਢਣਾ ਚਾਹੀਦਾ, ਪਰਮਾਤਮਾ ਦੀ ਹਾਜ਼ਰੀ ਲਾਉਣੀ ਚਾਹੀਦੀ ਹੈ, ਬਾਣੀ ਨਾਲ ਜੁੜਨਾ ਚਾਹੀਦਾ, ਗੁਰਮਤ ਦੀ ਗੱਲ ਕਰਨੀ ਚਾਹੀਦੀ ਆ। ਇਸ ਕਰਕੇ ਹੀ ਆਪਣੇ ਭਲੇ ਹੋ ਸਕਦੇ ਹਨ ਜੀ। ਬਾਰ ਜਾਓ ਲਖ ਬੇਰੀਆਂ ਹਰ ਸੱਜਣ ਹਗਮ ਗਾਹੋ।
हे भाई ओ सज्जन, बड़ा ही प्रभु अपहुँच है, बड़ा ही डूंगा है, बड़ा कृपालु, बहुत ही दयालु है, सब ਨੂੰ ਦਾਤਾਂ ਬਖਸ਼ਣ ਵਾਲਾ ਹੈ, ਸਭ ਪ੍ਰਿਥਵੀ ਦਾ ਮਾਲਕ ਹੈ। ਉਸ ਤੋਂ ਮੈਂ ਕੁਰਬਾਨ ਜਾਂਦਾ ਹਾਂ, ਉਸ ਦਾ ਕੋਈ ਅੰਤ ਨਹੀਂ, ਉਸ ਦਾ ਕੋਈ ਅਥਾਹ ਨੀਗਾ ਕੋਈ। ਮੈਂ ਕੀ ਉਹਦੇ ਗੁਣ ਕਹਿ ਕੇ ਗਾਵਾਂ। ਉਹ ਇੰਨਾ ਬੇਅੰਤ ਦਿਆਲੂ ਆ, ਆਪਾਂ ਨੂੰ ਸਭ ਕੁਝ ਦੇ ਰਿਹਾ ਹੈ। ਆਪਾਂ ਉਸ ਪਰਮਾਤਮਾ ਦਿਆਲੂ ਦੇ ਰਿਣੀ ਰਹੀਏ ਜੀ। ਆਪਾਂ ਉਸ ਦੇ ਗੁਣਾਂ ਕਰਕੇ ਹੀ, ਉਸ ਦੇ ਕਿਤੇ ਕੋਈ ਆਪਣੇ ਚੰਗੇ ਕਰਮ ਕੀਤੇ ਜਾਂ ਆਪਾਂ ਨੂੰ ਮਾਨਸ ਦੇ ਮਿਲੀ ਆ। ਇਸ ਕਰਕੇ ਆਪਾਂ ਨੂੰ ਪਰਮਾਤਮਾ ਨੇ ਗੁਣ ਗਾਉਣ ਵਾਸਤੇ ਭੇਜਿਆ ਹੈ ਜੀ। ਸਰਮ ਪਾਈ ਨਰਾਇਣੇ, ਨਾਨਕ ਦਰ ਪਾਈ ਹੋ। ਹੇ ਭਾਈ, ਉਹ ਨਾਨਕ ਬੜਾ ਦਿਆਲੂ ਹੈ। ਉਹਦੇ ਦਰ ਉੱਤੇ ਡਿੱਗਿਆ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਪੈਂਦੀ ਹੈ। ਜਿਹੜਾ ਪਰਮਾਤਮਾ ਦੇ ਦਰ ਉੱਤੇ ਡਿੱਗ ਪੈਂਦਾ ਹੈ, ਉਸ ਪ੍ਰਭੂ ਪਰਮਾਤਮਾ ਨੂੰ, ਉਸ ਮਨੁੱਖ ਦੀ ਇੱਜ਼ਤ ਰੱਖਣੀ ਪੈਂਦੀ ਆ। ਉਹ ਆਪਦੇ ਗਲ ਨਾਲ ਲੈਂਦਾ ਹੈ। ਭਾਵੇਂ ਉਹਦੇ ਦਰ 'ਤੇ ਜਿਹੜਾ ਕੋਈ ਆਉਂਦਾ ਭਾਵਨਾ ਨਾਲ, ਉਹਦੀ ਪੁਕਾਰ ਸੁਣਦਾ ਹੈ। ਪੁਕਾਰ ਸੁਣ ਕੇ ਉਹਦਾ ਬੜੀ ਛੇਤੀ ਕਿਰਪਾਲੂ ਹੁੰਦਾ ਹੈ, ਉਹਦੇ ਕਾਰਜ ਸਵਾਰਦਾ, ਉਹਨੂੰ ਗੱਲ ਨਾਲ ਲਾਉਂਦਾ ਹੈ। ਪਰ ਆਪਣਾ ਇਹ ਹਿਸਾਬ ਆ ਵੀ ਆਪਣੇ ਜੇ ਕੰਮ ਸੌਰ ਗਏ, ਅਰਦਾਸ ਕਰਾਈ, ਪਾਠ ਬੜਾ, ਚਲੋ ਆਪਾਂ ਹੁਣ ਕੀ ਲੈਣਾ, ਜਿਹੜਾ ਕੰਮ ਸੀ ਆਪਾਂ ਮਤਲਬ ਕੱਢ ਲਿਆ। ਭਾਈ ਇੰਨਾ ਧੋਖਾ ਨਹੀਂ ਦੇਣਾ ਚਾਹੀਦਾ। ਗੁਰੂ ਸਮਰੱਥ ਜਾਣੀ ਜਾਣ ਹੈ ਜੀ। ਭੁਖ ਸੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਹੇ ਭਾਈ, ਜਿਸ ਉੱਤੇ ਹੋਵੇ ਪਰਵਾਹ, ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ। ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ। ਉਸ ਨੂੰ ਦੁੱਖਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਦੁੱਖ ਉਹਦੇ ਦੇ ਨੇੜੇ ਆਉਂਦੇ ਹੀ ਨਹੀਂਗੇ, ਕਿਉਂਕਿ ਉਹਨੂੰ ਗਰਮੀ ਸਰਦੀ ਦੀ ਕੋਈ ਹੈ ਨਹੀਂ। ਜਿਹੜਾ ਪਰਮਾਤਮਾ ਨਾਲ ਜੁੜਿਆ, ਉਹਨੇ ਆਖ ਜਿਵੇਂ ਉਹਨੇ ਝੱਖੜ ਝਾਂਕੀ ਮੀਂਹ ਵਰਸੋ ਤਾਂ ਗੁਰ ਦੇਖਣ ਜਾਏ ਜੀ। ਉਸ ਇਨਸਾਨ ਨੇ ਜਿਹਨੂੰ ਪਰਮਾਤਮਾ ਦਾ ਨਾਂ ਹਿਰਦੇ ਵਿੱਚ ਵਸ ਗਿਆ, ਉਹਨੂੰ ਕੋਈ ਹਨੇਰਾ ਨਹੀਂ, ਕੋਈ ਸਵੇਰਾ ਨਹੀਂ, ਕੋਈ ਧੁੱਪ ਨਹੀਂ, ਛਾਂ ਨਹੀਂ। ਉਹਨੇ ਗੁਰਾਂ ਦੇ ਦਰਸ਼ਨ ਕਰਨ, ਗੁਰੂ ਸੰਗਤ ਦੇ ਦਰਸ਼ਨ ਕਰਨ, ਗੁਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੀ ਹੈ ਭਾਜੀ। ਇਸ ਤਰ੍ਹਾਂ ਕਿਰਪਾ ਕਰਕੇ ਆਪਾਂ ਸਾਰੇ ਨੇਮ ਬਣਾਈਏ, ਗੁਰੂ ਘਰ ਪਹੁੰਚਿਆ ਕਰੀਏ, ਗੁਰੂ ਘਰ ਗੱਲ ਸੁਣਿਆ ਕਰੀਏ, ਚੰਗੇ ਸੋਹਣੇ ਸੁਲਝੇ ਹੋਏ ਗ੍ਰੰਥੀ ਤੋਂ ਆਖੀਏ ਭਾਈ ਸਾਨੂੰ ਇਹ ਜਿਹੜਾ ਹੁਕਮਨਾਮਾ ਦਾ ਉਹਦੀ ਵਿਚਾਰ ਦੱਸ, ਕੁਛ ਕਰ। ਇਸੇ ਤਰ੍ਹਾਂ ਕਰਕੇ ਆਪਾਂ ਨੂੰ ਜਦੋਂ ਆਪਾਂ ਮਹੀਨੇ ਦਾ ਸ਼ਬਦ ਰੋਜ਼ ਪੜ੍ਹਦੇ ਹਾਂ, ਆਪਾਂ ਨੂੰ ਰੋਜ਼ ਆਪ ਹੀ ਵਿਚਾਰ ਆਟੋਮੈਟਿਕ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ। ਅਰਥ ਪਤਾ ਲੱਗਣ ਲੱਗ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਇਸੇ ਤਰ੍ਹਾਂ ਸੇਵਾ ਲੈਂਦਾ ਰਹੇ ਜੀ। ਹੋਈਆਂ ਭੁੱਲਾਂ ਤੋਂ ਮਾਫੀ ਮੰਗਦੇ ਹਾਂ ਜੀ। ਵਾਹਿਗੁਰੂ ਕਿਰਪਾ ਕਰੇ ਅੱਗੇ ਤੋਂ ਇਵੇਂ ਸੇਵਾ ਲੈਂਦਾ ਰਹੇ ਜੀ। ਆਓ ਜੀ, ਵੱਜ ਗੱਜ ਕੇ ਫਤਿਹ ਬੁਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।